ਕੁਝ ਚਾਹੀਦਾ ਸੀ ਮੰਮੀ ਜੀ ਤੁਹਾਨੂੰ? ਸੁਨੀਤਾ ਨੂੰ ਉਸ ਦੀ ਨੂੰਹ ਨੇ ਉਦੋਂ ਕਿਹਾ ਜਦੋਂ ਉਹ ਰਸੋਈ ਵਿੱਚ ਕੁਝ ਲੱਭ ਰਹੀ ਸੀ। ਸੁਨੀਤਾ ਨੇ ਕਿਹਾ ਕਿ ਪੁੱਤ, ਮੈਂ ਤਾਂ ਹਾਲੇ ਨਾਸ਼ਤਾ ਨਹੀਂ ਕੀਤਾ ਤੇ ਇੱਥੇ ਤਾਂ ਡੱਬਾ ਖਾਲੀ ਹੈ। ਮੈਂ ਤੇ ਚਾਹ ਤੇ ਨਾਸ਼ਤਾ ਲੈਣ ਆਈ ਸੀ, ਪਰ ਇੱਥੇ ਤਾਂ ਕੁਝ ਵੀ ਨਹੀਂ ਹੈ। ਸੁਨੀਤਾ ਜੀ ਨੇ ਆਪਣੀ ਨੂੰਹ ਰੋਜ਼ੀ ਨੂੰ ਕਿਹਾ ਅਤੇ ਰੋਜ਼ੀ ਨੇ ਕਿਹਾ, ਮੰਮੀ ਜੀ, ਅੱਜ ਤਾਂ 1 ਤਰੀਕ ਹੈ। ਤੁਹਾਨੂੰ ਵੱਡੇ ਭਾਈ ਸਾਹਿਬ ਲੈਣ ਆਉਂਦੇ ਹੋਣੇ, ਕਿਉਂਕਿ ਅੱਜ ਤੁਹਾਡਾ ਖਾਣਾ ਉਹ ਬਣਾਉਣਗੇ। ਇਸ ਲਈ ਮੈਂ ਤੁਹਾਡਾ ਨਾਸ਼ਤਾ ਤਿਆਰ ਨਹੀਂ ਕੀਤਾ। ਜਦੋਂ ਇਹ ਗੱਲ ਕਹੀ ਤਾਂ ਸੁਨੀਤਾ ਜੀ ਨੇ ਬੜੀ ਹੈਰਾਨੀ ਨਾਲ ਆਪਣੀ ਨੂੰਹ ਰੋਜ਼ੀ ਵੱਲ ਵੇਖ ਰਹੇ ਸੀ ਤਾਂ ਉਹ ਬੋਲੀ, ਤੁਸੀਂ ਇੰਨੇ ਹੈਰਾਨ ਕਿਉਂ ਹੋ ਰਹੇ ਹੋ? ਕਿਉਂਕਿ ਤੁਹਾਡਾ ਸਾਡੇ ਘਰ ਰਹਿਣ ਦਾ ਸਮਾਂ ਖਤਮ ਹੋ ਗਿਆ ਹੈ। ਸੁਨੀਤਾ ਜੀ ਨੇ ਆਪਣੀ ਨੂੰਹ ਨੂੰ ਕਿਹਾ, ਦੇਖ ਰੋਜ਼ੀ, ਵੱਡੀ ਦਾ ਫੋਨ ਆਇਆ ਸੀ। ਉਹ 2 ਦਿਨ ਲਈ ਆਪਣੇ ਪੇਕੇ ਜਾ ਰਹੀ ਹੈ, ਇਸ ਲਈ ਉਹ ਮੈਨੂੰ 2 ਦਿਨ ਬਾਅਦ ਲੈ ਕੇ ਜਾਣਗੇ। ਉਹ ਇਹ ਗੱਲ ਸੁਣ ਕੇ ਉਸ ਨੂੰ ਬਹੁਤ ਗੁੱਸਾ ਆ ਗਿਆ ਅਤੇ ਬੋਲੀ ਕਿ ਤੁਹਾਡੇ ਦੋਨਾਂ ਮੁੰਡਿਆਂ ਨੇ ਇਹ ਫੈਸਲਾ ਕੀਤਾ ਸੀ ਕਿ 1-1 ਮਹੀਨਾ ਸਾਡੇ ਕੋਲ ਰਹਿਣਾ ਹੈ, ਤਾਂ ਫਿਰ ਇੰਨਾ ਇੱਕਦਮ ਕੀ ਹੋ ਗਿਆ ਕਿ ਉਸ ਨੂੰ ਪਹਿਲੀ ਤਰੀਕ ਨੂੰ ਹੀ ਆਪਣੇ ਪੇਕੇ ਜਾਣਾ ਪੈ ਗਿਆ। ਮੈਂ ਸਭ ਸਮਝਦੀ ਹਾਂ ਕਿ ਉਸ ਦੇ ਦਿਲ ਵਿੱਚ ਕੀ ਚੱਲਦਾ ਹੈ। ਉਹ ਤੁਹਾਡੇ ਤੋਂ 2 ਦਿਨ ਹੋਰ ਛੁਟਕਾਰਾ ਪਾਉਣਾ ਚਾਹੁੰਦੀ ਹੈ। ਮੈਨੂੰ ਪਤਾ ਹੈ ਉਸ ਦੀ ਆਦਤ ਦਾ। ਠੀਕ ਹੈ, ਜੇਕਰ ਤੁਸੀਂ 2 ਦਿਨ ਸਾਡੇ ਕੋਲ ਜ਼ਿਆਦਾ ਰਹਿਣਾ ਹੈ ਤਾਂ ਤੁਸੀਂ ਅਗਲੇ ਮਹੀਨੇ ਸਾਡੇ ਕੋਲ 2 ਦਿਨ ਲੇਟ, ਮਤਲਬ 3 ਤਰੀਕ ਨੂੰ ਆਉਣਾ। ਵੱਡੀ ਦੀ ਵੀ ਤੁਹਾਨੂੰ 2 ਦਿਨ ਜ਼ਿਆਦਾ ਰੱਖਣਗੇ। ਇਹ ਸੁਣ ਕੇ ਸੁਨੀਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇੰਨੀ ਗੱਲ ਸੁਣ ਕੇ ਸੁਨੀਤਾ ਜੀ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਦੀਵਾਰ 'ਤੇ ਟੰਗੀ ਆਪਣੇ ਘਰ ਵਾਲੇ ਦੀ ਤਸਵੀਰ ਕੋਲ ਖੜ੍ਹੇ ਹੋ ਕੇ ਅੱਖਾਂ ਵਿੱਚ ਪਾਣੀ ਭਰ ਕੇ ਕਹਿਣ ਲੱਗੀ, ਤੁਸੀਂ ਸੁਣ ਲਿਆ ਕੀ ਕਿਹਾ ਤੁਹਾਡੀ ਛੋਟੀ ਨੂੰਹ ਨੇ? ਹੁਣ ਮੈਂ ਇਹਨਾਂ 'ਤੇ 2 ਦਿਨ ਵੀ ਬੋਝ ਬਣ ਗਈ ਹਾਂ। ਇੰਨੀ ਗੱਲ ਸੁਣਨ ਤੋਂ ਪਹਿਲਾਂ ਰੱਬ ਨੇ ਮੈਨੂੰ ਤੁਹਾਡੇ ਕੋਲ ਕਿਉਂ ਨਹੀਂ ਬੁਲਾ ਲਿਆ? ਸੁਨੀਤਾ ਜੀ ਬਹੁਤ ਉਦਾਸ ਸੀ। ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ। ਫਿਰ ਉਹਨਾਂ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਕਹਿਣ ਲੱਗੀ, ਮੈਂ ਹੁਣ ਇਹਨਾਂ ਤੋਂ ਖਾਣਾ ਨਹੀਂ ਮੰਗਣਾ। ਆਪ ਨਾਸ਼ਤਾ ਦੇ ਦੇਣਗੇ ਤਾਂ ਖਾ ਲਵਾਂਗੀ, ਨਹੀਂ ਤਾਂ ਮੈਂ ਇੱਦਾਂ ਹੀ ਭੁੱਖੀ ਰਹਿ ਲਵਾਂਗੀ। ਮੇਰੀ ਭੁੱਖ ਪਿਆਸ ਤਾਂ ਵੈਸੇ ਵੀ ਮਰ ਹੀ ਚੁੱਕੀ ਹੈ। ਉਹ ਆਪਣੇ ਆਪ ਨੂੰ ਬਹੁਤ ਲਾਚਾਰ ਮਹਿਸੂਸ ਕਰ ਰਹੇ ਸੀ। ਉਹਨਾਂ ਦਾ ਮਨ ਉਦਾਸੀ ਨਾਲ ਭਰ ਚੁੱਕਾ ਸੀ। 2 ਘੰਟੇ ਬਾਅਦ ਨੂੰਹ ਨੇ ਕੰਮ ਵਾਲੀ ਦੇ ਹੱਥ ਖਾਣਾ ਭੇਜ ਦਿੱਤਾ, ਪਰ ਇਹ ਖਾਣਾ ਹੁਣ ਸੁਨੀਤਾ ਜੀ ਨੂੰ ਭੀਖ ਵਾਂਗ ਲੱਗ ਰਿਹਾ ਸੀ। ਉਹ ਸੋਚ ਰਹੇ ਸੀ ਕਿ ਐਸੇ ਖਾਣੇ ਤੋਂ ਤਾਂ ਮੌਤ ਚੰਗੀ ਹੈ। ਕਿਉਂਕਿ ਉਹਨਾਂ ਦਾ ਮਨ ਉਦਾਸ ਸੀ ਤਾਂ ਫਿਰ ਉਹ ਭੁੱਖੇ ਰਹਿਣਾ ਹੀ ਚੰਗਾ ਸਮਝ ਰਹੇ ਸੀ ਕਿ ਇਸ ਨਾਲੋਂ ਤਾਂ ਭੁੱਖੇ ਰਹਿਣਾ ਹੀ ਚੰਗਾ ਹੈ। ਅਤੇ ਬੈਠੇ-ਬੈਠੇ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਉਹ ਖੋ ਗਏ ਕਿ ਜਦੋਂ ਮੇਰੇ ਵੱਡੇ ਮੁੰਡੇ ਤੋਂ 3 ਸਾਲ ਬਾਅਦ ਮੇਰੇ ਛੋਟੇ ਮੁੰਡੇ ਦਾ ਜਨਮ ਹੋਇਆ ਸੀ ਤਾਂ ਲੋਕ ਮੈਨੂੰ ਕਿੱਦਾਂ ਵਧਾਈਆਂ ਦੇ ਰਹੇ ਸੀ। ਮੈਨੂੰ ਸਾਰੇ ਲੋਕ ਵਧਾਈ ਦੇ ਰਹੇ ਸੀ ਕਿ ਤੂੰ ਕਿੰਨੇ ਭਾਗਾਂ ਵਾਲੀ ਹੈ, ਤੇਰੇ 2 ਮੁੰਡੇ ਹੋਏ ਹਨ, ਤੇਰੀ ਤਾਂ ਖੂਬ ਸੇਵਾ ਕਰਨਗੇ। ਜਦੋਂ ਤੁਸੀਂ ਸੀ, ਦੋਨੋਂ ਮੁੰਡੇ ਆਪਣੀ ਖੂਬ ਸੇਵਾ ਕਰਦੇ ਸੀ, ਦੋਨੋਂ ਨੂੰਹਾਂ ਵੀ ਆਪਣੀ ਖੂਬ ਸੇਵਾ ਕਰਦੀਆਂ ਸੀ। ਤੁਸੀਂ ਕੀ ਗਏ, ਮੇਰੀ ਜ਼ਿੰਦਗੀ ਨਰਕ ਹੋ ਗਈ। ਮੇਰੇ ਤੋਂ ਬਿਨਾਂ ਪੁੱਛੇ ਸਾਡੇ ਦੋਨਾਂ ਮੁੰਡਿਆਂ ਨੇ ਮੇਰੇ ਰਹਿਣ, ਖਾਣ ਪੀਣ ਤੇ ਕੱਪੜੇ ਦਾ ਬਟਵਾਰਾ ਕਰ ਲਿਆ ਤੇ ਮੈਨੂੰ ਇੱਕ ਵਾਰ ਪੁੱਛਿਆ ਤੱਕ ਨਹੀਂ। ਮੇਰੀ ਭਿਖਾਰੀਆਂ ਵਰਗੀ ਹਾਲਤ ਕਰ ਦਿੱਤੀ। ਕੀ ਹੋਇਆ ਜੇ ਮੈਂ ਬੁੜੀ ਹੋ ਗਈ ਹਾਂ? ਹਾਂ ਤਾਂ ਇਹਨਾਂ ਦੀ ਮਾਂ। ਇਹ ਗੱਲ ਕਰਦੇ ਹੋਏ ਸੁਨੀਤਾ ਜੀ ਆਪਣੇ ਘਰ ਵਾਲੇ ਦੀ ਤਸਵੀਰ ਵੱਲ ਵੇਖ ਰਹੇ ਸੀ। ਉਹ ਸੋਚ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਤੇ ਉਹਨਾਂ ਦੇ ਘਰ ਵਾਲੇ ਨੇ ਬੱਚਿਆਂ ਦੀ ਪਰਵਰਿਸ਼ ਕੀਤੀ। ਉਹਨਾਂ ਦਾ ਘਰਵਾਲਾ ਸਰਕਾਰੀ ਨੌਕਰੀ ਕਰਦਾ ਸੀ, ਫਿਰ ਵੀ ਉਹ ਉਹਨਾਂ ਦੀ ਫੀਸ, ਪੜ੍ਹਾਈ, ਖਾਣ ਪੀਣ, ਉਹਨਾਂ ਦੇ ਮਾਤਾ ਪਿਤਾ ਦੀ ਦਵਾਈ, ਸਾਰੇ ਹੀ ਖਰਚੇ ਉਹ ਕਰਦੇ ਸਨ ਅਤੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਸੀ।
ਕਿ ਕਿਸੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਸੁਨੀਤਾ ਜੀ ਘਰ ਦੇ ਕੰਮ ਤੋਂ ਵਿਹਲੇ ਹੋ ਕੇ ਸੂਟ ਸਿਲਣ ਦਾ ਕੰਮ ਕਰਦੇ ਸੀ ਤਾਂ ਜੋ ਘਰ ਵਿੱਚ ਬੱਚਤ ਹੋ ਸਕੇ। ਫਿਰ ਜਦੋਂ ਮੁੰਡੇ ਵੱਡੇ ਹੋਏ, ਉਹਨਾਂ ਨੇ ਸੁਨੀਤਾ ਜੀ ਨੂੰ ਮਨਾ ਕਰ ਦਿੱਤਾ ਕਿ ਹੁਣ ਤੁਸੀਂ ਇਹ ਕੰਮ ਨਹੀਂ ਕਰਨਾ। ਸੁਨੀਤਾ ਜੀ ਨੇ ਕੰਮ ਛੱਡ ਦਿੱਤਾ। ਦੋਨੋਂ ਮੁੰਡੇ ਪੜ੍ਹਾਈ ਕਰਕੇ ਨੌਕਰੀ ਲੱਗ ਗਏ। ਉਹਨਾਂ ਨੇ ਦੋਨਾਂ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ। ਸਾਰੇ ਹੀ ਸੁਨੀਤਾ ਜੀ ਅਤੇ ਉਹਨਾਂ ਦੇ ਘਰ ਵਾਲੇ ਦੀ ਬਹੁਤ ਇੱਜ਼ਤ ਕਰਦੇ ਸਨ ਅਤੇ ਨੂੰਹਾਂ ਤੇ ਮੁੰਡੇ ਉਹਨਾਂ ਤੋਂ ਬਿਨਾਂ ਪੁੱਛੇ ਕੋਈ ਕੰਮ ਨਹੀਂ ਸੀ ਕਰਦੇ, ਉਹਨਾਂ ਦੀ ਬਹੁਤ ਸੇਵਾ ਕਰਦੇ ਸੀ। ਹੱਸਦਾ ਵਸਦਾ ਸੰਸਾਰ ਸੀ। ਅਚਾਨਕ ਸੁਨੀਤਾ ਜੀ ਦੇ ਘਰ ਵਾਲੇ ਨੂੰ ਹਾਰਟ ਅਟੈਕ ਆਇਆ ਅਤੇ ਉਹ ਚੱਲ ਵਸੇ। ਉਹਨਾਂ ਦੇ ਜਾਣ ਦੀ ਦੇਰ ਸੀ। ਦੋਨੋਂ ਮੁੰਡੇ ਅਲੱਗ ਹੋ ਗਏ। ਘਰ ਦਾ ਬਟਵਾਰਾ ਹੋ ਗਿਆ। ਸੁਨੀਤਾ ਜੀ ਅਤੇ ਉਹਨਾਂ ਦੇ ਘਰ ਦਾ ਬਟਵਾਰਾ ਹੋ ਗਿਆ। ਸੁਨੀਤਾ ਜੀ ਤੇ ਉਹਨਾਂ ਦੇ ਘਰ ਵਾਲੇ ਨੇ ਇਹ ਘਰ ਬਹੁਤ ਮਿਹਨਤ ਨਾਲ ਬਣਾਇਆ ਸੀ। ਘਰ ਦਾ ਕੀ ਬਟਵਾਰਾ ਹੋਇਆ, ਮੁੰਡਿਆਂ ਨੇ ਮਾਂ ਵੰਡ ਲਈ। ਉਹ ਦੋਨਾਂ ਨੇ ਫੈਸਲਾ ਕੀਤਾ ਕਿ ਮਾਂ ਇੱਕ ਮਹੀਨਾ ਦੋਨਾਂ ਦੇ ਘਰੇ ਰਿਹਾ ਕਰੂਗੀ ਅਤੇ ਜਿਸ ਕੋਲ ਜਿਸ ਮਹੀਨੇ ਹੋਏਗੀ ਉਸ ਨੂੰ ਉਸ ਮਹੀਨੇ ਦੀ ਪੈਨਸ਼ਨ ਵੀ ਦਿਆ ਕਰੂਗੀ। ਹੁਣ ਤਾਂ ਇਦਾਂ ਦਾ ਮਾਹੌਲ ਸੀ ਕਿ ਸੁਨੀਤਾ ਜੀ ਦੀਆਂ ਨੂੰਹਾਂ ਉਹਨਾਂ ਨੂੰ 2 ਦਿਨ ਜ਼ਿਆਦਾ ਨਹੀਂ ਰੱਖਦੀਆਂ ਸੀ ਅਤੇ ਖਾਣਾ ਵੀ ਨਹੀਂ ਦਿੰਦੀਆਂ ਸਨ। ਸੁਨੀਤਾ ਜੀ ਦੇ ਜਿਹੜੇ ਪੈਸੇ ਹੁੰਦੇ ਸੀ ਉਹ ਮੁੰਡੇ ਲੈ ਲੈਂਦੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਘਰ ਵਾਲੇ ਦੀ ਪੈਨਸ਼ਨ ਆਉਂਦੀ ਸੀ। ਸੁਨੀਤਾ ਜੀ ਨੂੰ ਲੱਗਦਾ ਕਿ ਸਾਰੇ ਪੈਸੇ ਮੁੰਡੇ ਲੈ ਲੈਂਦੇ ਨੇ ਅਤੇ ਮੈਂ ਭਿਖਾਰੀਆਂ ਵਾਂਗ ਇਹਨਾਂ ਵੱਲ ਦੇਖਦੀ ਰਹਿੰਦੀ ਹਾਂ। ਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ 2 ਮਾਂ-ਬਾਪ ਮਿਲ ਕੇ ਆਪਣੇ ਕਿੰਨੇ ਹੀ ਬੱਚੇ ਪਾਲ ਲੈਂਦੇ ਹਨ, ਪਰ ਬੱਚੇ ਆਪਣੇ ਮਾਂ-ਬਾਪ ਨੂੰ ਨਹੀਂ ਪਾਲ ਸਕਦੇ। ਸੁਨੀਤਾ ਜੀ ਹੁਣ ਆਪਣੇ ਵੱਡੇ ਪੁੱਤਰ ਦੇ ਘਰ ਆ ਗਈ ਸੀ। ਸਹੇਲੀ ਦਾ ਫੋਨ ਆਇਆ ਤਾਂ ਉਸਨੇ ਕਿਹਾ ਕਿ ਅਸੀਂ ਸਾਰੇ ਜਗਨਨਾਥਪੁਰੀ ਦਰਸ਼ਨ ਕਰਨ ਚੱਲੇ ਹਾਂ, ਤੂੰ ਵੀ ਸਾਡੇ ਨਾਲ ਚੱਲ। ਸੁਨੀਤਾ ਦਾ ਵੀ ਬਹੁਤ ਦਿਲ ਸੀ। ਇੱਕ ਵਾਰ ਪਹਿਲਾਂ ਉਸਨੇ ਆਪਣੇ ਛੋਟੇ ਮੁੰਡੇ ਨੂੰ ਵਰਿੰਦਾਵਨ ਜਾਣ ਨੂੰ ਕਿਹਾ ਸੀ, ਪਰ ਉਸਨੇ ਅੱਗੋਂ ਜਵਾਬ ਦੇ ਦਿੱਤਾ ਸੀ ਕਿ ਇੰਨਾ ਖਰਚਾ ਮੇਰੇ ਤੋਂ ਨਹੀਂ ਹੋਣਾ ਤੇ ਸੁਨੀਤਾ ਜੀ ਆਪਣੇ ਮਨ ਤੋਂ ਹੀ ਉਦਾਸ ਹੋ ਚੁੱਕੇ ਸੀ। ਫਿਰ ਉਹਨਾਂ ਨੇ ਆਪਣੀ ਸਹੇਲੀ ਨੂੰ ਕਿਹਾ ਕਿ ਮੈਂ ਆਪਣੇ ਵੱਡੇ ਪੁੱਤਰ ਨੂੰ ਪੁੱਛ ਕੇ ਦੱਸਾਂਗੀ। ਸ਼ਾਮ ਨੂੰ ਉਸਨੇ ਆਪਣੇ ਪੁੱਤ ਨੂੰ ਪੁੱਛਿਆ ਕਿ ਮੈਂ ਆਪਣੀ ਸਹੇਲੀਆਂ ਨਾਲ ਜਗਨਨਾਥਪੁਰੀ ਜਾਣਾ ਚਾਹੁੰਦੀ ਹਾਂ। ਅੱਗੋਂ ਜੋ ਉਸਨੇ ਕਿਹਾ ਸੁਨੀਤਾ ਜੀ ਨੇ ਕਦੀ ਸੋਚਿਆ ਵੀ ਨਹੀਂ ਸੀ। ਉਸਨੇ ਕਿਹਾ ਕਿ ਇਸ ਉਮਰ ਵਿੱਚ ਬਜ਼ੁਰਗ ਘਰ ਬੈਠ ਕੇ ਪਾਠ ਕਰਦੇ ਹਨ, ਨਾ ਕਿ ਥਾਂ-ਥਾਂ ਰੱਬ ਦੇ ਫਿਰਦੇ ਹਨ ਤੇ ਨਾਲੇ ਫਜ਼ੂਲ ਖਰਚ ਕਰਨਾ। ਸੁਨੀਤਾ ਜੀ ਕੁਝ ਨਾ ਬੋਲੇ, ਆਪਣੇ ਕਮਰੇ ਵਿੱਚ ਚਲੀ ਗਈ। ਅਗਲੀ ਸਵੇਰ ਸੁਨੀਤਾ ਜੀ ਮੰਦਰ ਗਈ ਤਾਂ ਉਹਨਾਂ ਦੀ ਸਹੇਲੀ ਨੇ ਪੁੱਛਿਆ, ਸੁਨੀਤਾ ਤੂੰ ਚੱਲ ਰਹੀ ਹੈ ਸਾਡੇ ਨਾਲ? ਸੁਨੀਤਾ ਜੀ ਉਦਾਸ ਹੋ ਗਈ ਤੇ ਕੁਝ ਨਾ ਕਿਹਾ। ਉਸ ਦੀ ਸਹੇਲੀ ਕਹਿਣ ਲੱਗੀ, ਇਸ ਵਾਰੀ ਕੀ ਬਹਾਨਾ ਹੈ ਨਾ ਜਾਣ ਦਾ? ਐਨੀ ਗੱਲ ਸੁਣ ਕੇ ਸੁਨੀਤਾ ਜੀ ਨੇ ਸਾਰੀ ਗੱਲ ਆਪਣੀ ਸਹੇਲੀ ਨੂੰ ਦੱਸ ਦਿੱਤੀ ਕਿ ਕਿਸ ਤਰ੍ਹਾਂ ਉਸਦੇ ਮੁੰਡੇ ਉਸਨੂੰ ਮਨਾ ਕਰਦੇ ਹਨ। ਉਸਨੂੰ ਇਹ ਲੱਗਦਾ ਹੈ ਕਿ ਉਹ ਭੀਖ ਮੰਗ ਰਹੀ ਹੈ। ਉਸ ਦਾ ਵੀ ਦਿਲ ਕਰਦਾ ਹੈ ਜਾਣ ਨੂੰ, ਪਰ ਕੀ ਕਰਾਂ? ਠੰਡਾ ਜਿਹਾ ਹੌਂਕਾ ਲੈ ਕੇ ਸੁਨੀਤਾ ਜੀ ਨੇ ਕਿਹਾ, ਤੂੰ ਤਾਂ ਭਾਗਾਂ ਵਾਲੀ ਹੈ, ਤੇਰਾ ਮੁੰਡਾ ਤੈਨੂੰ ਤੀਰਥ ਇਸ਼ਨਾਨ ਤੇ ਭੇਜਦਾ ਹੈ। ਸੁਨੀਤਾ ਜੀ ਦੀ ਸਹੇਲੀ ਪ੍ਰੇਮਾ ਨੇ ਕਿਹਾ ਕਿ ਮੇਰਾ ਵੀ ਤੇਰੇ ਵਰਗਾ ਹੀ ਹਾਲ ਸੀ, ਹੁਣ ਮੈਂ ਆਤਮ ਨਿਰਭਰ ਹਾਂ। ਸੁਨੀਤਾ ਜੀ ਨੇ ਪੁੱਛਿਆ, ਉਹ ਕਿੱਦਾਂ? ਤਾਂ ਪ੍ਰੇਮਾ ਜੀ ਨੇ ਕਿਹਾ, ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ। ਮੈਂ ਤਾਂ YouTube ਤੇ ਖਾਣਾ ਬਣਾਉਣਾ ਸਿਖਾਉਂਦੀ ਹਾਂ। ਆਪਣੇ ਵਰਗੇ ਬਹੁਤ ਲੋਕ ਆਪਣੇ ਟੈਲੈਂਟ ਦਾ ਇਸਤੇਮਾਲ ਕਰਦੇ ਨੇ। ਫਿਰ ਸੁਨੀਤਾ ਜੀ ਘਰ ਆ ਗਈ ਤੇ ਸੋਚਿਆ, ਮੈਂ ਵੀ ਤਾਂ ਸਿਲਾਈ ਕਢਾਈ ਸਿਖਾ ਸਕਦੀ ਹਾਂ ਤੇ ਆਪਣੀ ਸਹੇਲੀ ਨੂੰ ਫੋਨ ਕੀਤਾ। ਪ੍ਰੇਮਾ ਨੇ ਕਿਹਾ ਕਿ ਤੂੰ ਆ ਜਾ। ਸੁਨੀਤਾ ਜੀ ਆਪਣੀ ਸਹੇਲੀ ਦੇ ਘਰ ਗਈ ਤੇ ਉਸਨੂੰ ਕਿਹਾ, ਤੂੰ ਮੇਰੀ ਮਦਦ ਕਰ ਕਿਉਂਕਿ ਘਰ ਵਿੱਚ ਮੇਰਾ ਸਾਥ ਨਹੀਂ ਕਿਸੇ ਨੇ ਦੇਣਾ। ਤੂੰ ਹੀ ਹੈ ਜੋ ਮੇਰੀ ਮਦਦ ਕਰ ਸਕਦੀ ਹੈ। ਜੀ ਨੇ ਸੁਨੀਤਾ ਜੀ ਨੂੰ ਚੈਨਲ ਬਣਾ ਕੇ ਦਿੱਤਾ ਅਤੇ ਫਿਰ ਵੀਡੀਓ ਬਣਾਉਣ ਦੀ ਤਿਆਰੀ ਕਰਨ ਲੱਗੇ। ਦੋਨਾਂ ਸਹੇਲੀਆਂ ਨੇ ਵੀਡੀਓ ਅਪਲੋਡ ਕਰ ਦਿੱਤੀ ਕਿਉਂਕਿ ਸੁਨੀਤਾ ਜੀ ਕੋਲ ਤਾਂ ਕੈਮਰੇ ਵਾਲਾ ਫੋਨ ਵੀ ਨਹੀਂ ਸੀ। ਉਹ ਵੀ ਉਹਨਾਂ ਨੇ ਆਪਣੀ ਸਹੇਲੀ ਦਾ ਹੀ ਲਿੱਤਾ ਸੀ। ਸੁਨੀਤਾ ਜੀ ਉਦਾਸ ਹੋ ਗਈ। ਇੱਕ ਦਿਨ ਸ਼ਾਮ ਨੂੰ ਬੈਠੇ ਸੀ, ਸੋਚ ਰਹੇ ਕਿ ਮੇਰੀ ਕਿਸਮਤ ਵਿੱਚ ਸ਼ਾਇਦ ਇਹੀ ਲਿਖਿਆ ਹੈ,
ਫਿਰ ਅਚਾਨਕ ਉਹਨਾਂ ਦੀ ਸਹੇਲੀ ਦਾ ਫੋਨ ਆਇਆ ਤੇ ਉਸਨੇ ਕਿਹਾ, ਤੇਰੀ ਇੱਕ ਵੀਡੀਓ ਵਾਇਰਲ ਹੋ ਗਈ ਹੈ। ਸੁਨੀਤਾ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨਾਂ ਦੇ ਦਿਲ ਵਿੱਚ ਹੋਰ ਆਤਮ ਵਿਸ਼ਵਾਸ ਭਰ ਗਿਆ। ਉਹ ਹਰ ਰੋਜ਼ ਵੀਡੀਓ ਅਪਲੋਡ ਕਰਦੇ ਤੇ ਜਲਦੀ ਹੀ ਚੈਨਲ ਮੋਨੇਟਾਈਜ਼ ਹੋ ਗਿਆ। ਪਹਿਲੀ ਪੇਮੈਂਟ ਆ ਗਈ। ਉਹਨਾਂ ਨੇ ਫੋਨ ਤੇ ਹੋਰ ਜ਼ਰੂਰੀ ਸਮਾਨ ਲਿੱਤਾ ਅਤੇ ਘਰ ਆ ਗਏ ਅਤੇ ਆਉਂਦੇ ਹੀ ਵੱਡੀ ਨੂੰਹ ਨੇ ਦੇਖਿਆ ਅਤੇ ਉਹ ਝਟ ਸਮਝ ਗਈ ਤੇ ਬੋਲੀ, ਤੁਸੀਂ ਇਹ ਕੰਮ ਕਦੋਂ ਸ਼ੁਰੂ ਕੀਤਾ ਤੇ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪੁੱਛਿਆ ਵੀ ਨਹੀਂ। ਬਸ ਇਹੀ ਦੇਖਣਾ ਬਾਕੀ ਸੀ। ਸੁਨੀਤਾ ਜੀ ਚੁੱਪ ਰਹੀ ਤੇ ਦਰਵਾਜ਼ਾ ਬੰਦ ਕਰਕੇ ਵੀਡੀਓ ਬਣਾਈ ਤੇ ਅਪਲੋਡ ਕੀਤੀ। ਹੁਣ ਉਹਨਾਂ ਨੂੰ ਸਭ ਕੁਝ ਆ ਗਿਆ ਸੀ। ਛੋਟੀ ਨੂੰਹ ਦੀ ਸਹੇਲੀ ਨੇ ਫੋਨ ਤੇ ਦੱਸਿਆ ਕਿ ਤੇਰੀ ਸੱਸ ਦਾ ਚੈਨਲ ਹੈ। ਉਹ ਬਹੁਤ ਹੈਰਾਨ ਹੋ ਗਈ ਅਤੇ ਘਰ ਆ ਕੇ ਆਪਣੇ ਘਰ ਵਾਲੇ ਦੇ ਕੰਨ ਭਰ ਦਿੱਤੇ। ਜਦੋਂ ਸੁਨੀਤਾ ਜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੋਨੋਂ ਮੁੰਡੇ ਤੇ ਨੂੰਹਾਂ ਬਾਹਰ ਸੀ। ਇੱਕਦਮ ਸੁਨੀਤਾ ਜੀ ਤੇ ਬਰਸ ਪਏ ਕਿ ਮਾਂ, ਕਿਸ ਗੱਲ ਦੀ ਕਮੀ ਸੀ ਜੋ ਇਹ ਕੰਮ ਸ਼ੁਰੂ ਕਰ ਦਿੱਤਾ। ਦੋਨੋਂ ਬੇਟੇ ਤੇ ਨੂੰਹਾਂ ਉਹਨਾਂ ਨੂੰ ਬੁਰਾ ਭਲਾ ਕਹਿ ਰਹੇ ਸੀ। ਸੁਨੀਤਾ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਬੋਲੀ, ਚੁੱਪ ਕਰੋ, ਬਹੁਤ ਸੁਣ ਲਿਆ ਮੈਂ ਤੇ ਤੁਸੀਂ। ਉਹ ਮੁੰਡੇ ਹੋ ਕਿ ਮਾਂ ਨੂੰ ਆਪਣੇ ਘਰ ਇੱਕ ਦਿਨ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਰੋਟੀ ਵੀ ਭੀਖ ਵਾਂਗ ਮੰਗਣੀ ਪੈਂਦੀ ਹੈ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਆਪਣੀ ਮਾਂ ਨਾਲ ਇਹ ਸਲੂਕ ਕਰਦੇ। ਇਸ ਦਿਨ ਲਈ ਤੁਹਾਨੂੰ ਵੱਡੇ ਕੀਤਾ ਸੀ ਮੈਂ। ਤੁਸੀਂ ਇਹ ਸਭ ਕਰੋ ਮੇਰੇ ਨਾਲ। ਮੈਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਆਪਣਾ ਬੱਚਾ ਕਹਿੰਦੇ। ਸੁਨੀਤਾ ਜੀ ਨੇ ਕਿਹਾ, ਕੀ ਹੋਇਆ ਮੈਂ ਬੁੜੀ ਹੋ ਗਈ ਕਿ ਮੇਰਾ ਦਿਲ ਨਹੀਂ ਕਰਦਾ ਘੁੰਮਣ ਫਿਰਨ ਨੂੰ। ਅਤੇ ਫਿਰ ਉਹਨਾਂ ਕਿਹਾ ਕਿ ਬਸ ਦਿਨ ਤੁਸੀਂ ਘਰ ਵੰਡਿਆ ਸੀ, ਮੈਨੂੰ ਉਸ ਦਿਨ ਵੀ ਚੁੱਪ ਨਹੀਂ ਰਹਿਣਾ ਚਾਹੀਦਾ ਸੀ। ਪਰ ਅੱਜ ਮੈਂ ਕਹਿ ਰਹੀ ਹਾਂ, ਮੈਨੂੰ ਮੇਰਾ ਹਿੱਸਾ ਦਿਓ। ਮੇਰੇ ਹਿੱਸੇ ਵਿੱਚ 2 ਕਮਰੇ ਆਉਂਦੇ ਹਨ ਅਤੇ ਮੇਰੀ ਵੱਖਰੀ ਰਸੋਈ ਮੈਨੂੰ ਦਿਓ। ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਤਾਂ ਤੁਸੀਂ ਕਿਤੇ ਹੋਰ ਚਲੇ ਜਾਓ, ਕਿਉਂਕਿ ਅੱਜ ਤੋਂ ਬਾਅਦ ਮੈਂ ਨੌਕਰ ਰੱਖ ਲੈਣਾ ਹੈ ਅਤੇ ਉਹ ਮੈਨੂੰ ਖਾਣਾ ਬਣਾ ਕੇ ਦਿਓ। ਤੁਸੀਂ ਮੇਰੀ ਜ਼ਿੰਦਗੀ ਵਿੱਚ ਦਖਲ ਬੰਦ ਕਰੋ। ਦੋਨੋਂ ਨੂੰਹਾਂ ਤੇ ਮੁੰਡੇ ਸੁਨੀਤਾ ਜੀ ਦੇ ਮੂੰਹ ਵੱਲ ਵੇਖ ਰਹੇ ਸੀ, ਪਰ ਸੁਨੀਤਾ ਜੀ ਹੁਣ ਆਤਮ ਨਿਰਭਰ ਹੋ ਚੁੱਕੇ ਸੀ। ਉਹਨਾਂ ਨੂੰ ਹੁਣ ਕਿਸੇ ਦੀ ਲੋੜ ਨਹੀਂ ਸੀ। ਉਹਨਾਂ ਕਿਹਾ ਕਿ ਹੁਣ ਇਹ ਮਾਂ ਨਹੀਂ ਵੰਡੀ ਜਾਣੀ। ਨਾ ਹੀ ਉਹਨਾਂ ਕੋਲ ਸਵਾਲ ਕਰਨ ਦਾ ਹੱਕ ਸੀ ਤਾਂ ਨਾ ਹੀ ਜਵਾਬ ਦੀ ਉਮੀਦ ਸੀ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਉਦੋਂ ਤੱਕ ਆਪਣਾ ਤੇ ਆਪਣੇ ਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।